ਹਿਚਕੋ ਦੀ ਵਰਲਡਸ ਮੋਸਟ ਲਾਇਲ ਡੌਗ। ਇਹ ਚੈਪਟਰ ਸੀ 7th ਕਲਾਸ ਦਾ 12th ਚੈਪਟਰ, ਜਿਹੜਾ ਕਿ ਸਾਡੀ ਸੈਕਿੰਡ ਟਰਮ ਦੇ ਵਿੱਚ ਇਨਕਲੂਡ ਕੀਤਾ ਗਿਆ ਇੰਗਲਿਸ਼ ਬੁੱਕ ਦੇ ਵਿੱਚ। ਮੈਂ ਸੁਰਿੰਦਰ ਕੁਮਾਰ ਅੱਜ ਇਸ ਸੈਸ਼ਨ ਦੀਆਂ ਐਕਟੀਵਿਟੀਜ਼ ਲੈ ਕੇ ਆਇਆ, ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਆਈ ਹੋਪ ਤੁਹਾਨੂੰ ਇਹ ਜਿਹੜਾ ਚੈਪਟਰ ਆ ਬਹੁਤ ਵਧੀਆ ਲੱਗਿਆ ਹੋਊ, ਕਿਉਂਕਿ ਇੱਕ ਵਫਾਦਾਰ ਕੁੱਤੇ ਦੀ ਕਹਾਣੀ ਦੱਸਦਾ ਵਾ। ਸਭ ਨੂੰ ਪਤਾ ਵੀ ਜਿਹੜੇ ਡੌਗਸ ਹੁੰਦੇ ਆ ਬਹੁਤ ਜ਼ਿਆਦਾ ਲਾਇਲ ਹੁੰਦੇ ਆ। ਅੱਜ ਅਸੀਂ ਇਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਰਨੀਆਂ ਨੇ। ਮਾਰਕੋ ਦੀ ਵਰਲਡਸ ਮੋਸਟ ਲਾਇਲ ਡੌਗ, ਵੀ ਇਹ ਕੁੱਤਾ ਜਿਹੜਾ ਕਿ ਇੱਕ ਬਹੁਤ ਵੱਡੀ ਮਿਸਾਲ ਬਣਿਆ ਪੂਰੇ ਦੇਸ਼ ਦੇ ਲਈ, ਪੂਰੇ ਵਰਲਡ ਦੇ ਲਈ, ਵੀ ਕਿਸ ਤਰੀਕੇ ਨਾਲ ਜਿਹੜੀ ਲੋਇਲਟੀ ਹੁੰਦੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦੀ ਆ ਸਾਡੀ ਲਾਈਫ ਦੇ ਵਿੱਚ। ਸਟਾਰਟ ਕਰਦੇ ਹਾਂ। ਦੇਖੋ, ਫਸਟ ਹੈ ਸਾਡੇ ਕੋਲ ਵਰਡ ਮੀਨਿੰਗ ਦੀ ਕੰਪੇਨੀਅਨ ਸਾਥੀ, ਇੰਟੈਂਸ਼ਨ ਧਿਆਨ, ਸਡਨ ਅਚਾਨਕ, ਐਕਸਪਰਟ ਮਾਹਿਰ, ਐਗਰੀਕਲਚਰ ਖੇਤੀਬਾੜੀ, ਲਾਇਲ ਵਫਾਦਾਰੀ, ਅਤੇ ਵਿਲਵਡ ਦਾ ਪਿਆਰਾ। ਇਸ ਤੋਂ ਬਾਅਦ ਦੇਖੋ ਸਾਡੇ ਕੋਲ ਸੈਕਿੰਡ ਜਿਹੜੀ ਐਕਟੀਵਿਟੀ ਆ ਉਹ ਵੋਕੈਬਲਰੀ ਪਾਰਟ ਦੇ ਵਿੱਚੋਂ ਨਿਕਲ ਕੇ ਆਈ ਆ, ਜਿਹਦੇ ਵਿੱਚ ਅਸੀਂ ਐਂਟੋਨੀਅਮ ਵਰਡਸ ਲਿਖਣੇ ਆ। ਜਿਵੇਂ ਰਿਸਪੈਕਟ ਦਾ ਕੀ ਆਏਗਾ, ਇਫੈਕਸ਼ਨ ਦਾ ਕੀ ਆਏਗਾ, ਯੂਜੂਅਲ ਦਾ ਕੀ ਆਏਗਾ, ਫੋਲੋਅਰਡ ਦਾ ਕੀ ਆਏਗਾ, ਲੋਨਲੀ ਦਾ ਕੀ ਆਏਗਾ, ਪ੍ਰੈਜ਼ੈਂਸ ਦਾ ਕੀ ਆਏਗਾ, ਮਾਸਟਰ ਦਾ ਕੀ ਆਏਗਾ, ਲਾਇਲਟੀ ਦਾ ਕੀ ਆਏਗਾ। ਤੁਸੀਂ ਇਹ ਜਿਹੜੇ ਐਂਟੋਨੀਅਮ ਜਿਹੜੇ ਤੁਹਾਨੂੰ ਆਉਂਦੇ ਆ, ਤੁਸੀਂ ਮੇਰੀ ਵੀਡੀਓ ਪਾਊਜ਼ ਕਰਕੇ ਇਹਦੇ ਆਨਸਰ ਕਰਨੇ ਆ। ਬਾਕੀ ਜਿਹੜੇ ਇਹਦੇ ਆਨਸਰ ਨੇ ਮੈਂ ਨੈਕਸਟ ਸਲਾਈਡ ਦੇ ਵਿੱਚ ਦੇ ਰਿਹਾ ਵਾਂ। ਦੇਖੋ, ਰਿਸਪੈਕਟ ਦਾ ਕੀ ਹੁੰਦਾ, ਇਨਸਲਟ। ਇਫੈਕਸ਼ਨ ਦਾ ਕੀ ਹੁੰਦਾ, ਹੇਟਰਡ। ਯੂਜੂਅਲ ਦਾ ਹੁੰਦਾ ਸੈਲਡਮ। ਫੋਲੋਡ ਦਾ ਹੁੰਦਾ ਹੇਟਡ। ਲੋਨਲੀ ਦਾ ਹੁੰਦਾ ਬਿਜ਼ੀ। ਪ੍ਰੈਜ਼ੈਂਸ ਦਾ ਹੁੰਦਾ ਐਬਸੈਂਸ। ਅਤੇ ਮਾਸਟਰ ਦਾ ਕੀ ਹੁੰਦਾ, ਸਰਵੈਂਟ। ਅਤੇ ਉਸ ਤੋਂ ਬਾਅਦ ਲਾਇਲਟੀ ਦਾ ਡਿਸਲੋਇਲਟੀ। ਠੀਕ ਹੈ ਜੀ, ਤਾਂ ਇਹ ਸੀਗੇ ਸਾਡੇ ਐਂਟੋਨੀਅਮ। ਉਸ ਤੋਂ ਬਾਅਦ ਜਿਹੜੀ ਥਰਡ ਐਕਟੀਵਿਟੀ ਆ ਉਹ ਬੇਸਡ ਹੈ ਪ੍ਰੀਫਿਕਸਿਸ ਦੇ ਉੱਤੇ ਅਤੇ ਸਰਫਿਕਸਿਸ ਦੇ ਉੱਤੇ। ਜਿਵੇਂ ਵਰਡ ਹੈ ਕੰਪੇਨੀਅਨ, ਤਾਂ ਉਹਦੇ ਵਿੱਚ ਪ੍ਰੀਫਿਕਸਿਸ ਕੀ ਲੱਗਿਆ ਹੈ, ਕੌਮ। ਅਤੇ ਬੇਸ ਵਰਡ ਕੀ ਆ, ਪੈਨ। ਅਤੇ ਸਰਫਿਕਸਿਸ ਕੀ ਆ, ION। ਅਤੇ ਫੇਥਫੁਲ ਦੇ ਵਿੱਚ ਪ੍ਰੀਫਿਕਸਿਸ ਕੁਛ ਨਹੀਂ ਹੈ, ਬੇਸ ਵਰਡ ਹੈ ਫੇਥ, ਅਤੇ ਫੁੱਲ ਕੀ ਹੈ, ਸਰਫਿਕਸਿਸ। ਔਨਰ ਦੇ ਵਿੱਚ ਕੋਈ ਪ੍ਰੀਫਿਕਸਿਸ ਨਹੀਂ, ਔਨ ਆ ਜਿਹੜਾ ਕਿ ਬੇਸ ਵਰਡ ਆ, ਅਤੇ ER ਸਰਫਿਕਸਿਸ। ਅਡਾਪਟ ਜਿਹੜਾ ਵਾ ਉਹ ਬੇਸ ਵਰਡ ਆ, ED ਸਰਫਿਕਸਿਸ ਆ। ਉਸ ਤੋਂ ਬਾਅਦ ਨੇਬਰਹੁੱਡ ਆ, ਨੇਬਰ ਜਿਹੜੀ ਆ ਸਾਡੇ ਕੋਲ ਬੇਸ ਵਰਡ ਆ, ਹੁੱਡ ਜਿਹੜੀ ਆ ਉਹ ਸਰਫਿਕਸਿਸ ਆ। ਉਸ ਤੋਂ ਬਾਅਦ ਫਿਨਿਸ਼ ਜਿਹੜਾ ਵਾ ਬੇਸ ਵਰਡ ਆ, ING ਜਿਹੜੀ ਆ ਉਹ ਸਰਫਿਕਸਿਸ ਆ। ਵੇਟ ਜਿਹੜਾ ਵਾ ਬੇਸ ਵਰਡ ਆ, ਅਤੇ ING ਸਾਡੇ ਕੋਲ ਕੀ ਆ, ਸਰਫਿਕਸਿਸ। ਐਕੰਪਨ, ਇਹ ਸਾਰੀ ਜਿਹੜੇ ਕੀ ਆ ਬੇਸ ਵਰਡ ਆ, ਕੋਈ ਵੀ ਇਹਦੇ ਵਿੱਚ ਸਰਫਿਕਸਿਸ ਨਹੀਂ ਹੈਗਾ। ਫੋਲੋਡ ਬੇਸ ਵਰਡ ਹੈਗਾ ਵਾ ਫੋਲੋ, ਅਤੇ ED ਹੈਗੀ ਆ ਸਰਫਿਕਸਿਸ। ਉਸ ਤੋਂ ਬਾਅਦ ਲੋਨ ਜਿਹੜਾ ਵਾ ਬੇਸ ਵਰਡ ਆ, ਅਤੇ LY ਜਿਹੜੀ ਆ ਉਹ ਸਾਡੇ ਕੋਲ ਸਰਫਿਕਸਿਸ ਆ। ਉਸ ਤੋਂ ਬਾਅਦ ਅਟੈਂਸ਼ਨ ਵੀ ਸਾਡੇ ਕੋਲ ਬੇਸ ਵਰਡ ਆ, ਅਤੇ ਕੋਈ ਵੀ ਇਹਦੇ ਵਿੱਚ ਸਰਫਿਕਸਿਸ ਹੈ ਨਹੀਂ। ਇੰਪਲਾਈ ਜਿਹੜਾ ਵਾ ਉਹ ਸਾਡੇ ਕੋਲ ਬੇਸ ਵਰਡ ਆ, S ਜਿਹੜੀ ਆ ਉਹ ਪ੍ਰੀਫਿਕਸਿਸ ਆ। ਡਿਵੋਟ ਜਿਹੜਾ ਵਾ ਸਾਡੇ ਕੋਲ ਬੇਸ ਵਰਡ ਆ, D ਜਿਹੜੀ ਆ ਉਹ ਸਰਫਿਕਸਿਸ ਆ। ਗਾਰਡਨ ਜਿਹੜਾ ਵਾ ਉਹ ਸਾਡੇ ਕੋਲ ਬੇਸ ਵਰਡ ਆ, ER ਜਿਹੜੀ ਆ ਉਹ ਸਰਫਿਕਸਿਸ ਆ। ਪ੍ਰੀਜ਼ਰਵ ਜਿਹੜਾ ਵਾ ਉਹ ਸਾਡੇ ਕੋਲ ਕੀ ਆ, ਬੇਸ ਵਰਡ ਆ, ਅਤੇ ਸਰਫਿਕਸਿਸ ਸਾਡੇ ਕੋਲ ਕੀ ਆ, D ਆ। ਉਸ ਤੋਂ ਬਾਅਦ ਆਨਸਰ ਕਰਨੇ ਆ ਫੋਲੋਇੰਗ ਕੁਐਸਚਨਸ ਦੇ, ਜਿਹੜੇ ਕਿ ਵੈਬ ਸਟੋਰੀ ਦੇ ਵਿੱਚ ਪੁੱਛੇ ਗਏ ਨੇ। ਹੂ ਵਾਜ਼ ਦੀ ਆ ਹਿਚਕੋ ਕੌਣ ਸੀ? ਹਿਚਕੋ ਵਾਜ਼ ਦੀ ਆ ਵੈਰੀ ਫੇਥਫੁਲ ਐਂਡ ਲੋਇਲ ਡੌਗ। ਹੀ ਵਾਜ਼ ਅ ਟਰੂ ਕੰਪੇਨੀਅਨ। ਜਿਹੜਾ ਹਿਚਕੋ ਆ ਉਹ ਕੀ ਹੈ, ਇੱਕ ਵਫਾਦਾਰ ਅਤੇ ਇਮਾਨਦਾਰ ਵਿਸ਼ਵਾਸ ਪਾਤਰ ਕੁੱਤਾ ਵਾ, ਅਤੇ ਉਹ ਇੱਕ ਟਰੂ ਸਾਥੀ ਆ ਆਪਣੇ ਮਾਲਕ ਦਾ। ਉਸ ਤੋਂ ਬਾਅਦ ਹੈ ਵਟ ਡਿਡ ਦੀ ਆ ਹਿਜ਼ ਬਰੀਡ। ਉਹਦੀ ਜਿਹੜੀ ਬਰੀਡ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਹਿਜ਼ ਬਰੀਡ ਵਾਜ਼ ਅਕਾਟੀਆ ਜਿਹੜੀ ਸੀਗੀ ਇਹਦੀ ਬਰੀਡ ਦਾ ਨਾਮ ਸੀ। ਵੈਨ ਵਾਜ਼ ਹੀ ਵੌਰਨ, ਉਹ ਕਦੋਂ ਵੌਰਨ ਹੋਇਆ? ਹੀ ਵਾਜ਼ ਵੌਰਨ, ਜੰਮਿਆ ਸੀਗਾ ਨਵੰਬਰ 10, 1923, 10 ਨਵੰਬਰ 1923 ਦੇ ਵਿੱਚ ਉਹ ਜੰਮਿਆ ਸੀ। ਹੂ ਅਡੋਪਟਡ ਹਿਮ, ਉਹਨੂੰ ਕਿਹਨੇ ਅਡੋਪਟ ਕੀਤਾ ਸੀਗਾ? ਉਹਨੂੰ ਅਡੋਪਟ ਕੀਤਾ ਸੀਗਾ ਪ੍ਰੋਫੈਸਰ ਹੈਜਰੋ ਵਿਊਰੋ ਨੇ ਅਡੋਪਟ ਕੀਤਾ ਸੀਗਾ ਉਸਨੂੰ ਫਸਟ ਟਾਈਮ। ਨੈਕਸਟ ਹੈਗਾ ਵਾ ਵੇਅਰ ਡਿਡ ਦੀ ਆ ਯੂਨੋ ਯੂਨੋ ਕਿੱਥੇ ਟੀਚ ਕਰਦੇ ਸੀ? ਯੂਨੋ ਟੌਟ ਇਨ ਦੀ ਆ ਐਗਰੀਕਲਚਰ ਡਿਪਾਰਟਮੈਂਟ ਆਫ ਦੀ ਟੋਕੀਓ ਇੰਪੀਰੀਅਲ ਯੂਨੀਵਰਸਿਟੀ। ਉਹ ਐਗਰੀਕਲਚਰ ਡਿਪਾਰਟਮੈਂਟ ਟੋਕੀਓ ਦੇ ਵਿੱਚ ਇੰਪੀਰੀਅਲ ਕਾਲਜ ਵਿੱਚ ਟੀਚ ਕਰਦੇ ਸੀ। ਉਸ ਤੋਂ ਬਾਅਦ ਹੈ ਵਟ ਵਾਜ਼ ਦੇਅਰ ਰੂਟੀਨ, ਉਹਨਾਂ ਦਾ ਕੀ ਰੂਟੀਨ ਸੀ? ਐਵਰੀ ਡੇ ਮਾਰਨਿੰਗ ਦੇ ਵੁੱਡ ਵਾਕ ਟੂ ਦੀ ਆ ਸੁਬੀਆਨ ਰੇਲਵੇ ਸਟੇਸ਼ਨ। ਉਹ ਸੁਬੀਆਨ ਰੇਲਵੇ ਸਟੇਸ਼ਨ 'ਤੇ ਹਮੇਸ਼ਾ ਵਾਕ ਕਰਕੇ ਜਾਂਦੇ ਸੀ ਸਵੇਰੇ। ਐਟ 3 PM ਦੀ ਆਫ ਪ੍ਰੋਫੈਸਰ ਵੁੱਡ ਰਿਟਰਨ ਦੀ ਡੌਗ ਵੁੱਡ ਗੋ ਟੂ ਦੀ ਰੇਲਵੇ ਸਟੇਸ਼ਨ ਅਕੰਪਨਿੰਗ ਵਿਦ ਦੀ ਬੈਕ ਹੋਮ।
ਤੇ ਉਹਦਾ ਜਿਹੜਾ ਪ੍ਰੋਫੈਸਰ ਸੀ 3 ਵਜੇ ਜਿਹੜਾ ਸੀ ਉਹ ਵਾਪਸ ਆਉਂਦਾ ਸੀ। ਡੌਗ ਜਿਹੜਾ ਸੀ ਉਹਨਾਂ ਨਾਲ ਰੇਲਵੇ ਸਟੇਸ਼ਨ 'ਤੇ ਵਾਪਸ ਆ ਜਾਂਦੇ, ਦੋ ਹੀ ਇੱਕ ਕੰਪਨੀ ਦੇ ਨਾਲ ਇੱਕ ਦੂਜੇ ਨੂੰ ਸਾਥ ਦਿੰਦੇ ਉਹ ਘਰ ਵਾਪਸ ਆ ਜਾਂਦੇ ਸੀ। ਵਾਟ ਹੈਪਨ ਟੂ ਦੀਅਰ ਪ੍ਰੋਫੈਸਰ ਵਨ ਡੇ, ਪ੍ਰੋਫੈਸਰ ਨੂੰ ਇੱਕ ਦਿਨ ਕੀ ਹੋਇਆ, ਵਨ ਡੇ ਦੀਅਰ ਪ੍ਰੋਫੈਸਰ ਡਿਸਾਈਡ ਬਿਕੋਜ਼ ਹੀ ਸਡਨ ਬ੍ਰੇਨ ਹੈਮਰੇਜ, ਅਤੇ ਜਿਹੜਾ ਇੱਕ ਦਿਨ ਕੀ ਹੋਇਆ ਪ੍ਰੋਫੈਸਰ ਨੂੰ ਸਡਨਲੀ ਬ੍ਰੇਨ ਹੈਮਰੇਜ ਹੋ ਗਿਆ ਜਿਨ੍ਹਾਂ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਆ। ਵਟ ਵਾਜ਼ ਦੀਅਰ ਹਿਚਕੋ ਡੂ ਆਫਟਰ ਦੀਅਰ ਯੂਨੋ ਡਾਈਡ, ਜਦੋਂ ਯੂਨੋ ਮਰ ਗਏ ਸੀ ਤਾਂ ਹਿਚਕੋ ਕੀ ਕਰਦਾ ਸੀ, ਹੀ ਵੁੱਡ ਬੀ ਅ ਡੇਲੀ ਗੋ ਟੂ ਦੀਅਰ ਰੇਲਵੇ ਸਟੇਸ਼ਨ ਐਟ 3 PM ਟੂ ਰਿਸੀਵ ਹਿਜ਼ ਮਾਸਟਰ, ਉਹ ਹਮੇਸ਼ਾ ਜਿਹੜਾ ਸੀ ਰੋਜ਼ ਰੇਲਵੇ ਸਟੇਸ਼ਨ 3 ਵਜੇ ਜਾਂਦਾ ਸੀ ਤਾਂ ਜੋ ਆਪਣੇ ਮਾਸਟਰ ਨੂੰ ਰਿਸੀਵ ਕਰ ਸਕੇ। ਹੂ ਅਡੋਪਟਡ ਟੂ ਦੀਅਰ ਹਿਚਕੋ ਆਫਟਰ ਦੀਅਰ ਯੂਨੋ ਡੈਥ, ਯੂਨੋ ਦੀ ਡੈਥ ਤੋਂ ਬਾਅਦ ਹਿਚਕੋ ਨੂੰ ਕਿਹਨੇ ਅਡੋਪਟ ਕੀਤਾ। ਦੀਅਰ ਯੂਨੋ ਆਫਟਰ ਯੂਨੋ ਡੈਥ ਹਿਜ਼ ਫਾਰਮਲ ਗਾਰਡਨਰ ਕਬੂਚਪੁਰਾ ਕੋਬਾਸ਼ੀ ਅਡੋਪਟ ਟੂ ਦੀਅਰ ਹਿਚਕੋ, ਉਹਦੇ ਜਿਹੜਾ ਫਾਰਮਲ ਗਾਰਡਨਰ ਸੀ ਉਹਨੇ ਉਹਨੂੰ ਅਡੋਪਟ ਕਰ ਲਿਆ ਸੀ। ਹੂ ਵੈਂਟ ਟੂ ਦੀਅਰ ਸੀ ਹਿਚਕੋ ਆਫਟਰ ਦੀਅਰ ਕਮਿੰਗ ਟੂ ਨੋ ਅਬਾਊਟ ਹਿਜ਼ ਰੂਟੀਨ, ਹਿਚਕੋ ਦੇ ਜਿਹੜੀ ਰੂਟੀਨ ਸੀ ਉਹ ਸਾਰੇ ਬੰਦੇ ਜਿਹੜੇ ਦੇਖ ਕੇ ਉਹਨੂੰ ਕੀ ਸੋਚਦੇ ਸੀ ਵੀ ਇਹ ਇੱਦਾਂ ਕਿਉਂ ਕਰਦਾ ਵਾ। ਹਿਰੋਕਚੀ ਸਾਈਟਰੋ ਹੂ ਵਾਜ਼ ਐਕਸਪਰਟ ਔਨ ਟੂ ਦੀਅਰ ਅਟਿਕਾ ਵੀਡਸ ਆਫ ਦੀਅਰ ਡੌਗ, ਹੀ ਵਾਂਟ ਟੂ ਦੀਅਰ ਸੀ ਹਿਚਕੋ, ਅਤੇ ਉਹ ਇੱਕ ਅਟਿਕਾ ਬਰੀਡ ਦੇ ਇੱਕ ਬਹੁਤ ਮਾਹਿਰ ਸੀਗੇ ਜਿਹੜੇ ਕਿ ਹਿਚਕੋ ਨੂੰ ਦੇਖਣਾ ਚਾਹੁੰਦੇ ਸੀ। ਇਹ ਸੀਗਾ। ਉਸ ਤੋਂ ਬਾਅਦ ਅਸੀਂ ਚੂਜ਼ ਕਰਨੇ ਹਾਂ ਰਾਈਟ ਆਨਸਰ ਜਿਹੜੇ ਕਿ ਗਿਵਨ ਸਪੇਸ ਦੇ ਵਿੱਚ ਨੇ, ਜਿਵੇਂ ਹਿਚਕੋ ਵਾਜ਼ ਦੀ ਅ ਵੈਰੀ ਲੋਇਲ ਔਰ ਡਿਸਲੋਇਲ ਡੌਗ, ਤਾਂ ਅਸੀਂ ਇਹਨਾਂ ਵਿੱਚੋਂ ਇੱਕ ਦੱਸਣਾ ਵੀ ਉਹ ਕੀ ਆ, ਲੋਇਲ ਆ ਕਿ ਡਿਸਲੋਇਲ ਆ, ਅਤੇ ਇਹਦਾ ਆਨਸਰ ਹੈ ਲੋਇਲ ਡੌਗ ਸੀ। ਉਸ ਤੋਂ ਬਾਅਦ ਹੈ ਸੁਬੀਆ ਦੀ ਅ ਪਲੇਸ ਆਫ ਨੀਅਰ ਐਂਡ ਅਵੇ ਟੂ ਦੀਅਰ ਟੋਕਿਓ, ਤਾਂ ਉਹ ਕੀ ਸੀਗਾ, ਨੀਅਰ ਸੀਗਾ। ਉਸ ਤੋਂ ਬਾਅਦ ਹੈ ਯੂਨੋ ਆਲਵੇਜ਼ ਕਮ ਬੈਕ ਔਨ ਦੀ ਆ 4 ਜਾਂ 3 ਜਾਂ 4 PM, ਤਾਂ ਕਿੰਨੇ PM 'ਤੇ ਆ ਜਾਂਦਾ ਸੀ, 3 PM 'ਤੇ ਆ ਜਾਂਦਾ ਸੀ। ਹਿਚਕੋ ਵੁੱਡ ਬੀ ਅ ਵੇਟ ਟੂ ਦੀਅਰ ਯੂਨੋ ਐਟ ਟੂ ਦੀਅਰ ਡੈਸ਼ ਸਟੇਸ਼ਨ ਜਾਂ ਹੋਮ, ਤਾਂ ਕਿੱਥੇ ਆਉਂਦਾ ਸੀ, ਸਟੇਸ਼ਨ ਦੇ ਉੱਤੇ ਉਹ ਹਮੇਸ਼ਾ ਵੇਟ ਕਰਦਾ ਸੀ। ਹਿਚਕੋ ਵਾਜ਼ ਲੀਵਡ ਫॉर ਡੈਸ਼ ਈਅਰਸ 11 ਜਾਂ 13, ਤਾਂ ਕਿੰਨੇ ਈਅਰ ਸੀ, 11 ਈਅਰ ਹੈਗਾ ਸੀ। ਉਸ ਤੋਂ ਬਾਅਦ ਇਹ ਸੀਗਾ ਸਾਡਾ ਅੱਜ ਦਾ ਸੈਸ਼ਨ, ਇਸ ਦੇ ਨਾਲ ਜਿਹੜਾ ਸਾਡਾ 7th ਕਲਾਸ ਦਾ ਸਿਲੇਬਸ ਆ ਉਹ ਕੰਪਲੀਟ ਹੁੰਦਾ। ਆਈ ਹੋਪ ਤੁਹਾਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਣਾ ਇਹਨਾਂ ਵੀਡੀਓਜ਼ ਦੇ ਥਰੂ, ਮੈਂ ਬਹੁਤ ਵਧੀਆ ਢੰਗ ਨਾਲ ਤੁਹਾਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਆਈ ਹੋਪ ਤੁਹਾਨੂੰ ਵੀ ਮੇਰੀ ਵੀਡੀਓ ਬਹੁਤ ਪਸੰਦ ਆਉਂਦੀਆਂ ਹੋਣਗੀਆਂ। ਤਾਂ ਮੇਰੇ ਸੈਸ਼ਨ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਕਿਉਂਕਿ ਇਹਨਾਂ ਸੈਸ਼ਨ ਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ। ਤਾਂ ਪਲੀਜ਼ ਇਸ ਕਰਕੇ ਮੈਨੂੰ ਥੋੜ੍ਹਾ ਸਪੋਰਟ ਕਰੋ, ਅਤੇ ਮੇਰੀ ਵੀਡੀਓਜ਼ ਨੂੰ ਜ਼ਰੂਰ ਲਾਈਕ ਕਰੋ, ਅਤੇ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਕੀ ਆ ਅਸੀਂ ਜਲਦੀ ਤੋਂ ਜਲਦੀ ਜਿਹੜੇ ਆਪਣੇ ਸਬਸਕ੍ਰਾਈਬਰ ਦੀ ਅਚੀਵਮੈਂਟਸ ਆ ਉਹਨੂੰ ਅਚੀਵ ਕਰ ਸਕੀਏ ਅਤੇ ਅੱਗੇ ਵੱਧਦੇ ਰਹੀਏ। ਇਸੇ ਤਰ੍ਹਾਂ ਤੁਹਾਡੇ ਪਿਆਰ ਦੇ ਨਾਲ ਜੁੜਦੇ ਹੋਏ ਅਸੀਂ ਜਿਹੜੇ ਆਪਣੇ ਚੈਨਲਸ ਨੂੰ ਹੋਰ ਅੱਗੇ ਤੱਕ ਲੈ ਕੇ ਜਾ ਸਕੀਏ। ਥੈਂਕ ਯੂ ਸੋ ਮਚ ਟੂ ਸਬਸਕ੍ਰਾਈਬ ਮਾਈ ਚੈਨਲ, ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਥੈਂਕਸ ਅ ਲੋਟ।